ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਰਾਸ਼ਦੀਪ ਸੁਹਾਨ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਪਾ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਫਿਰ ਤੋਂ ਮੰਡਰਾਉਣ ਲੱਗਾ ਬਰਡ ਫਲੂ ਦਾ ਖਤਰਾ। ਰਾਏਪੁਰ ਸਥਿਤ ਸੂਬਾ ਸਿੰਘ ਪੋਲਟਰੀ ਫਾਰਮ ਦੇ ਵਿੱਚ ਮਿਲਿਆ ਬਰਡ ਫਲੂ ਦਾ ਸਟ੍ਰੇਨ। ਲੁਧਿਆਣਾ ਪ੍ਰਸ਼ਾਸਨ ਹੋਇਆ ਚੌਕਸ, ਅਗਲੀ ਕਾਰਵਾਈ ਲਈ ਬਣਾਈ ਕਮੇਟੀ। ਕਿਸਾਨਾਂ ਵੱਲੋਂ ਸੂਬੇ ਭਰ ਵਿੱਚ ਦੁਕਾਨਦਾਰਾਂ ਦੇ ਹੱਕ ਵਿੱਚ ਕੀਤਾ ਗਿਆ ਧਰਨਾ ਪ੍ਰਦਰਸ਼ਨ। ਸਰਕਾਰ ਕੋਲੋਂ ਦੁਕਾਨਾਂ ਖੋਲ੍ਹਣ ਦੀ ਕੀਤੀ ਮੰਗ। ਚੌੜਾ ਬਾਜ਼ਾਰ ਰਿਹਾ ਮੁਕੰਮਲ ਤੌਰ ਤੇ ਬੰਦ। ਵਪਾਰੀਆਂ ਨੇ ਕਿਹਾ ਸਰਕਾਰ ਦਾ ਦੇਵਾਂਗੇ ਸਾਥ। ਲੁਧਿਆਣਾ ਦੇ ਡਾਬਾ ਥਾਣਾ ਵਿੱਚੋਂ ਮੁਲਜ਼ਮ ਫਰਾਰ। ਕਈ ਮਾਮਲਿਆਂ ਵਿੱਚ ਪਹਿਲਾਂ ਵੀ ਮੁਲਜ਼ਮ ਰਿਹਾ ਹੈ ਭਗੌੜਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਨ ਦੇ ਲਈ ਲਗਾਈਆਂ ਟੀਮਾਂ। 10 ਸਾਲਾ ਵੰਸ਼ ਦੀ ਕੈਪਟਨ ਸਰਕਾਰ ਕਰੇਗੀ ਮਦਦ। ਸਰਕਾਰ ਨੇ ਪਰਿਵਾਰ ਨੂੰ 2 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ। ਸੜਕਾਂ ਤੇ ਜੁਰਾਬਾਂ ਵੇਚ ਕੇ ਮਾਸੂਮ ਪਰਿਵਾਰ ਦਾ ਕਰ ਰਿਹਾ ਸੀ ਪਾਲਣ ਪੋਸ਼ਣ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਲੁਧਿਆਣਾ ਦੇ ਕਿਲਾ ਰਾਏਪੁਰ ਸਥਿਤ ਸੂਬਾ ਸਿੰਘ ਪੋਲਟਰੀ ਫਾਰਮ ਦੇ ਵਿੱਚ ਬਰਡ ਫਲੂ ਦਾ ਸਟ੍ਰੇਨ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੇ ਵੱਲੋਂ ਏਡੀਸੀ ਖੰਨਾ ਸਕੱਤਰ ਸਿੰਘ ਅਬਾਲ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਆਧਾਰਿਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਸਕੱਤਰ ਸਿੰਘ ਅਬਾਲ ਨੇ ਕਿਹਾ ਕਿ ਅਸੀਂ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਾਂ ਤੇ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ। ਡਿਸਟ੍ਰਿਕਟ ਲੁਧਿਆਣਾ ਦੇ ਕਿਲਾ ਰਾਏਪੁਰ ਪਿੰਡ ਦੇ ਵਿੱਚ ਇੱਕ ਸੂਬਾ ਸਿੰਘ ਦਾ ਪੋਲਟਰੀ ਫਾਰਮ ਹੈ, ਜਿਹਦੇ ਵਿੱਚ ਕੱਲ੍ਹ ਸ਼ਾਮੀ ਸਾਨੂੰ ਇਸ ਗੱਲ ਦੀ ਸੂਚਨਾ ਮਿਲੀ ਹੈ ਕਿ ਬਰਡ ਫਲੂ ਦੇ ਪੋਜ਼ਿਟਿਵ ਜਿਹੜੇ ਕੇਸਿਸ ਨੇ ਉਹਨਾਂ ਦਾ ਕੋਈ ਸਟ੍ਰੇਨ ਉੱਥੇ ਮਿਲਿਆ। ਔਰ ਇਹਦੇ ਲਈ ਇੱਕ ਜੋ ਸੈੱਟ ਪ੍ਰੋਟੋਕੋਲ ਹੈਗੀ ਆ, ਉਹਦੇ ਤਹਿਤ ਇੱਕ ਕਮੇਟੀ ਬਣੀ ਹੈ, ਜਿਹਦੇ ਵਿੱਚ ਉਹ ਮੇਰੀ ਚੇਅਰ ਦੇ ਹੇਠਾਂ ਬਣੀ ਹੈਗੀ ਆ। ਸਾਰੇ ਉਹ 'ਚ SDM ਪਾਇਲ ਅਤੇ ਬਾਕੀ ਮਹਿਕਮਿਆਂ ਦੇ ਉਹਦੇ 'ਚ ਮੈਂਬਰ ਨੇ। ਉਹ ਸਾਰੀ ਪ੍ਰੋਟੋਕੋਲ ਦੇ ਤਹਿਤ ਇਹ ਕੰਮ ਜਿਹੜੀ ਕਾਰਵਾਈ ਆ ਉਹ ਹੋਣੀ ਹੈ, ਅਗਲੇ ਕੁਛ ਦਿਨ ਚੱਲੇਗੀ। ਤਾਂ ਉਸ ਦੇ ਲਈ ਅੱਜ ਇੱਕ ਮੀਟਿੰਗ ਕੀਤੀ ਗਈ ਆ ਸਾਰੇ ਡਿਪਾਰਟਮੈਂਟਸ ਦੇ ਨਾਲ, ਸੋ ਦੈਟ ਕਿ ਉਹਨਾਂ ਨੂੰ ਇਹਦੀਆਂ ਲੇਟੈਸਟ ਜੋ ਗਾਈਡਲਾਈਨਸ ਨੇ ਉਹਨਾਂ ਤੋਂ ਜਾਣੂ ਕਰਵਾਇਆ ਜਾਵੇ ਔਰ ਉਹਨਾਂ ਨੇ ਮੌਕੇ 'ਤੇ ਕਿਸ ਤਰੀਕੇ ਨਾਲ ਵੱਖ-ਵੱਖ ਡਿਪਾਰਟਮੈਂਟ ਨੇ ਕੀ ਰੂਲ ਅਦਾ ਕਰਨਾ ਹੈਗਾ, ਉਹ ਆਪਣਾ ਕੰਮ ਜਿਹੜਾ ਹੈਗਾ ਉਹ ਪ੍ਰੋਪਰ ਪ੍ਰੀਕਾਸ਼ਨ ਦੇ ਨਾਲ ਕਰ ਸਕਣ। ਅਗਲਾ ਮਾਮਲਾ ਲੁਧਿਆਣਾ ਦੇ ਡਾਬਾ ਥਾਣੇ ਤੋਂ ਸਾਹਮਣੇ ਆਇਆ, ਜਿੱਥੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੋਸ਼ੀਆਂ ਨੂੰ ਫੜ ਕੇ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ। ਉਧਰ ਹੀ ਦੂਜੇ ਪਾਸੇ 3 ਫੜੇ ਗਏ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਹਵਾਲਾਤ ਦੀ ਲੋਹੇ ਦੀ ਖਿੜਕੀ ਤੋੜ ਕੇ ਫਰਾਰ ਹੋ ਜਾਂਦਾ ਹੈ। ਜਾਣਕਾਰੀ ਦੇ ਮੁਤਾਬਿਕ ਉਕਤ ਦੋਸ਼ੀ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਭਗੌੜਾ ਹੈ। ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਮੁਲਜ਼ਮ ਦੀ ਭਾਲ ਜਾਰੀ ਹੈ ਤੇ ਉਹ ਜਲਦ ਹੀ ਪੁਲਿਸ ਦੀ ਗਿਰਫਤ ਦੇ ਵਿੱਚ ਆ ਜਾਵੇਗਾ। ਜਿਹੜੇ ਦੇਖਿਆ ਜਾਵੇ ਮਾਮਲਾ ਜਿਹੜਾ ਡਾਬੇ ਥਾਣੇ ਦਾ ਆਇਆ, ਜਿਹੜੇ ਬੰਦੇ ਕੱਲ ਫੜੇ ਗਏ ਸੀ ਕੁਝ ਮਾਮਲੇ ਦੇ ਵਿੱਚ ਤੇ ਅੱਜ ਉਹ ਫਰਾਰ ਹੋ ਗਿਆ, ਉਹਨਾਂ ਵਿੱਚ ਕਿਹੜਾ ਬੰਦਾ ਫਰਾਰ ਹੋਇਆ? ਉਹਨਾਂ 'ਚ ਹਰਵਿੰਦਰ ਸਿੰਘ ਲਾਲੀ ਸਨ ਆਫ ਗੁਰਦੀਪ ਸਿੰਘ, ਵਾਸੀ ਗਲੀ ਨੰਬਰ 2 ਆਪਣਾ ਗੁਰਮੇਲ ਨਗਰ, ਥਾਣਾ ਡਾਬੇ ਦਾ ਲੜਕਾ ਦਾ। 2014 ਤੋਂ ਜੇਲ੍ਹ 'ਚ ਵੱਖ-ਵੱਖ ਮੁਕੱਦਮਿਆਂ 'ਚ ਜੇਲ੍ਹ ਆਉਂਦਾ ਜਾਂਦਾ ਸੀ। ਛਾਤਰ ਮੁਲਜ਼ਮ ਦਾ ਕਿਹੜੇ ਮਾਮਲੇ 'ਚ ਆਇਆ ਸੀ? ਉਹ ਮੁਕੱਦਮਾ ਨੰਬਰ 44 'ਚ ਆਇਆ ਸੀ। ਸਰ ਕਿੰਨਾ ਭੱਜਿਆ ਜੀ? ਉਹ ਸਾਹਮਣੇ ਗ੍ਰਿਲ ਦੇ ਵਿੱਚ ਦੀ ਭੱਜਿਆ, ਉਹ ਗ੍ਰਿਲ ਤੋੜ। ਅੱਛਾ, ਇਸੇ ਗ੍ਰਿਲ ਤੋਂ ਭੱਜਿਆ? ਹਾਂ, ਉਹ ਗ੍ਰਿਲ ਤੋੜ ਕੇ। ਤੇ ਸਰ ਕੋਈ CCTV ਕੈਮਰੇ, ਕੋਈ ਰਿਕਾਰਡਿੰਗ ਕੈਮਰਾ ਵਗੈਰਾ ਲੱਗੇ ਸੀ? ਨਾ, ਕੈਮਰੇ ਲੱਗੇ ਨਹੀਂ ਤੇ ਹਲੇ ਨਵੀਂ ਥਾਣਾ ਸ਼ਿਫਟ ਹੋਇਆ ਕੁਆਟਰਾਂ 'ਚ ਥਾਣਾ। ਇਹ ਥਾਣੇ ਦੀ ਬਿਲਡਿੰਗ ਨਹੀਂ, ਜਿਹੜੇ ਸਰਕਾਰ ਨੇ ਕੁਆਟਰ ਬਣਾਇਆ ਸਰਕਾਰੀ, ਇਹ ਉਹਨਾਂ 'ਚ ਥਾਣਾ ਬਣਿਆ, ਉਹਨਾਂ 'ਚ ਬਿਲਡਿੰਗ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਐਲਾਨੇ ਗਏ ਲਾਕਡਾਊਨ ਦਾ ਜੰਮ ਕੇ ਵਿਰੋਧ ਕੀਤਾ ਗਿਆ। ਇਸ ਦੇ ਚੱਲਦੇ ਹੋਏ ਦੁਕਾਨਾਂ ਖੁਲਵਾਉਣ ਸੰਬੰਧੀ ਕੀਤੇ ਗਏ ਐਲਾਨ ਦਾ ਵਪਾਰੀਆਂ ਨੇ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਸ਼ਨੀਵਾਰ ਨੂੰ ਵੀਕਐਂਡ ਲਾਕਡਾਊਨ ਦੇ ਬਾਜ਼ਾਰ ਬੰਦ ਰਹੇ। ਲੁਧਿਆਣਾ ਦੇ ਪ੍ਰਮੁੱਖ ਬਾਜ਼ਾਰ ਚੌੜਾ ਬਾਜ਼ਾਰ ਦੇ ਵਪਾਰੀ ਆਗੂ ਬਿੱਟਾ ਕੁੰਬਰ ਨੇ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਵੱਲੋਂ ਉਹਨਾਂ ਦੇ ਦਿੱਤੇ ਗਏ ਸਮਰਥਨ ਦੇ ਧੰਨਵਾਦੀ ਨੇ, ਪਰ ਉਹ ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣਗੇ। ਉਹਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੇ ਮਹਾਮਾਰੀ ਦੇ ਹਾਲਾਤਾਂ ਵਿੱਚ ਜ਼ਿੰਦਗੀ ਸਭ ਤੋਂ ਅਹਿਮ ਹੈ। ਵਪਾਰ ਬਾਅਦ ਦੇ ਵਿੱਚ ਵੀ ਹੋ ਸਕਦੇ ਨੇ। ਉਹ ਸਰਕਾਰ ਦੇ ਸਮਰਥਨ ਦੇ ਵਿੱਚ ਖੜੇ ਨੇ। ਦੇਖੋ, ਸਾਡੇ ਵਪਾਰੀ ਵਰਗ ਜਿਹੜਾ ਸੁਨਿਆਰਾ ਕਾਰੋਬਾਰ ਹੈਗਾ, ਇਹ ਪਹਿਲਾਂ ਹੀ ਮੰਦੀ ਦੇ ਕਗਾਰ ਤੇ, ਵਪਾਰ ਬਿਲਕੁਲ ਖਤਮ ਹੋਣ ਤੇ ਕਗਾਰ ਤੇ ਆ ਚੁੱਕਾ ਹੈ, ਕਿਉਂਕਿ ਲਗਾਤਾਰ 1 ਸਾਲ ਤੋਂ ਕਾਰੋਬਾਰ ਹੈਗਾ ਨਹੀਂ।
ਤੇ ਹੁਣ ਜੋ ਆਏ ਦਿਨ ਜੋ ਲੋਕਡਾਊਨ ਦੇ ਨਵੇਂ ਪ੍ਰੋਸੀਜਰ ਜਾਂ ਜੋ ਨਵੀਆਂ ਗਾਈਡਲਾਈਨਸ ਜਾਰੀ ਹੁੰਦੀਆਂ ਤੇ ਗਵਰਨਮੈਂਟ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ, ਸਾਡੇ ਕਾਰੋਬਾਰ ਵੱਲ ਧਿਆਨ ਦੇਣਾ ਚਾਹੀਦਾ। ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਸੁਨਿਆਰਿਆਂ ਦਾ ਕਾਰੋਬਾਰ ਜਿਹੜਾ ਹੈਗਾ ਉਹਦੇ ਵਿੱਚ ਸਿਰਫ ਲਿਮਿਟਿਡ ਲੋਕ ਹੀ ਉਹਦੇ ਵਿੱਚ ਇਨਵੈਸਟ ਕਰਦੇ ਆ ਤੇ ਬਹੁਤ ਘੱਟ ਲੋਕ ਆ ਕੇ ਉੱਥੋਂ ਪਰਚੇਜ਼ਿੰਗ ਕਰਦੇ ਆ। ਮੇਰੀ ਡੀਸੀ ਸਾਹਿਬ ਅੱਗੇ ਤੇ ਪ੍ਰਸ਼ਾਸਨ ਅੱਗੇ ਪ੍ਰਾਰਥਨਾ ਹੈਗੀ ਕਿ ਬਾਕੀ ਜਿਹੜੇ 6-7 ਜ਼ਿਲ੍ਹਿਆਂ ਦੇ ਵਿੱਚ ਜਿਵੇਂ ਬਰਨਾਲਾ, ਗੁਰਦਾਸਪੁਰ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਜਿੱਥੇ ਉਹਨਾਂ ਨੇ ਟਾਈਮ ਦਿੱਤਾ ਡੀਸੀ ਸਾਹਿਬ ਨੇ ਉੱਥੋਂ ਦੇ ਕਿ ਕਿਸੇ ਨੇ 10 ਤੋਂ 3 ਕਿਹਾ, ਕਿਸੇ ਨੇ 9 ਤੋਂ 3 ਕਿਹਾ, 10 ਤੋਂ 4 ਕਿਹਾ, ਤਾਂ ਤੁਸੀਂ ਵੀ ਘੱਟੋ ਘੱਟ ਖੋਲ੍ਹਣ ਦਾ ਇੱਕ ਟਾਈਮ ਜਿਹੜਾ ਵਾਜਬ ਟਾਈਮ ਹੈਗਾ ਦੁਕਾਨਾਂ ਦਾ ਉਹ ਇੰਨੇ ਵਜੇ ਦਾ ਹੀ ਕੀਤਾ ਜਾਵੇ। ਖਾਸ ਕਰ ਸੁਨਿਆਰ ਬਰਾਦਰੀ ਵਾਸਤੇ ਇਹੀ ਟਾਈਮ ਸੂਟੇਬਲ ਹੈਗਾ। ਉਹ ਬਾਜ਼ਾਰ ਤਾਂ ਸ਼ਨੀ ਐਤਵਾਰ ਨੂੰ ਜਿਹੜਾ ਲੋਕਡਾਊਨ ਹੈਗਾ ਹੀ ਹੈ, ਪਰ ਸਰਕਾਰ ਨੇ ਜਿਹੜਾ 5 ਵਜੇ ਸਵੇਰੇ ਮਾਰਨਿੰਗ ਦੁਕਾਨਾਂ ਖੋਲ੍ਹਣ ਦਾ ਜਿਹੜਾ ਟਾਈਮ ਹੈ, ਅਸੀਂ ਚਾਹੁੰਦੇ ਹਾਂ ਵੀ ਉਹ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਕਿਉਂਕਿ ਕਿਸੇ ਨੇ ਵੀ 4 ਵਜੇ ਉੱਠ ਕੇ ਆ ਕੇ ਦੁਕਾਨਾਂ ਖੋਲ੍ਹਣੀਆਂ ਨਹੀਂ, 5 ਵਜੇ ਕਿਸੇ ਕਸਟਮਰ ਨੇ ਨਹੀਂ ਆਉਣਾ ਸਾਡੇ ਕੋਲ। ਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ, ਜਾਂ ਤਾਂ ਪੂਰਨ ਤੌਰ 'ਤੇ ਲੋਕਡਾਊਨ ਲਗਾ ਦਿਓ ਅਤੇ ਜਾਂ ਬਾਜ਼ਾਰ ਖੁਲਵਾ ਦਿਓ, ਕਿਉਂਕਿ ਅਸੀਂ ਵਪਾਰੀਆਂ ਦੇ ਵਿੱਚ ਪਹਿਲਾਂ ਰੋਜ਼ ਸੀ ਕਿ ਮੋਬਾਈਲਾਂ ਦੀਆਂ ਦੁਕਾਨਾਂ ਖੁੱਲ੍ਹੀਆਂ, ਸਾਡਾ ਵਪਾਰ ਬੰਦ ਹੈ। ਸਰਕਾਰ ਨੇ ਕਿਤੇ ਨਾ ਕਿਤੇ ਸਾਡੀ ਆਵਾਜ਼ ਸੁਣੀ, ਬਾਜ਼ਾਰ ਸਾਡੇ ਖੁਲਵਾਤੇ, ਲੇਕਿਨ ਜਿਹੜਾ ਸਮਾਂ ਉਹਦੇ ਤਬਦੀਲੀ ਕੀਤੀ ਜਾਵੇ। 5 ਵਜੇ ਜਿਹੜਾ ਸਵੇਰੇ ਦੁਕਾਨਾਂ ਖੋਲ੍ਹਣ ਦਾ ਟਾਈਮ ਹੈ, ਉਹ ਸਿਰਫ ਜਾਂ ਤਾਂ ਬੰਦਾ ਸਬਜ਼ੀ ਖਰੀਦਣ ਆਊਗਾ ਤੇ ਜਾਂ ਦੁੱਧ, ਦਹੀਂ, ਲੱਸੀ ਜਿਹੜੀ ਘਰ ਦੀ ਜ਼ਰੂਰਤ ਦਾ ਸਮਾਨ ਹੈ। ਜਿੱਥੇ ਸੂਬੇ ਭਰ ਵਿੱਚ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ, ਉੱਥੇ ਹੀ ਖੰਨਾ ਦੇ ਬਾਜ਼ਾਰਾਂ ਵਿੱਚ ਕਿਸਾਨਾਂ ਵੱਲੋਂ ਮਾਰਚ ਕੱਢਿਆ ਗਿਆ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਬਾਵਜੂਦ ਬਾਜ਼ਾਰ ਪੂਰੀ ਤਰ੍ਹਾਂ ਬੰਦ ਵੇਖਣ ਨੂੰ ਮਿਲੇ ਨੇ। ਪੇਸ਼ ਹੈ ਸਾਡੇ ਪੱਤਰਕਾਰ ਰਵਿੰਦਰ ਢਿੱਲੋਂ ਦੀ ਰਿਪੋਰਟ। ਜਿਵੇਂ ਕਿ ਪੰਜਾਬ ਸਰਕਾਰ ਦੇ ਵੱਲੋਂ ਮਿੰਨੀ ਲਾਕਡਾਊਨ ਕੀਤਾ ਗਿਆ, ਅੱਜ ਭਾਰਤੀ ਕਿਸਾਨ ਯੂਨੀਅਨ ਦੀ ਇੱਕ ਕਾਲ ਸੀ ਦੁਕਾਨਦਾਰਾਂ ਨੂੰ ਵੀ ਤੁਸੀਂ ਦੁਕਾਨਾਂ ਖੋਲ੍ਹੋ, ਅਸੀਂ ਤੁਹਾਡੇ ਨਾਲ ਆ ਤੇ ਜੇਕਰ ਕੋਈ ਪੁਲਿਸ ਕਾਰਵਾਈ ਕਰਦੀ ਹੈ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ। ਅੱਜ ਦੁਰਾਹੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਇੱਕ ਮੁਜ਼ਾਹਰਾ ਕੀਤਾ ਗਿਆ, ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਹੁਣ ਬਾਜ਼ਾਰ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਜਿਹੜਾ ਹੈਗਾ ਗੇੜਾ ਲਗਾਇਆ ਜਾ ਰਿਹਾ, ਮਾਰਚ ਪਾਸ ਕੀਤਾ ਜਾ ਰਿਹਾ। ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਆ ਵੀ ਤੁਸੀਂ ਆਪਣੀਆਂ ਦੁਕਾਨਾਂ ਖੋਲ੍ਹੋ ਤੇ ਤੁਹਾਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈਗਾ, ਜਦ ਕਿ ਬਾਜ਼ਾਰ ਸਾਰਾ ਬੰਦ ਪਿਆ। ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ। ਅੱਜ ਦਾ ਜਿਹੜਾ ਮੁਜ਼ਾਹਰਾ ਹੈਗਾ ਇਹ ਕਿਸ ਦੇ ਲਈ ਕਰ ਰਹੇ ਹੋ, ਤੁਸੀਂ ਕੀ ਕਰਨਾ? ਇਹ ਸੰਯੁਕਤ ਮੋਰਚੇ ਦੀ ਕਾਲ ਸੀ ਜੀ, ਦੁਕਾਨਾਂ ਖਿਲਾਉਣ ਵਾਸਤੇ, ਦੁਕਾਨਾਂ ਦਾ ਸਹਿਯੋਗ ਕਰਨ ਵਾਸਤੇ ਅਸੀਂ ਖੋਲ੍ਹੋ। ਅਸੀਂ ਉਹਦੇ ਕਰਕੇ ਅਸੀਂ ਜਿਹੜਾ ਰੋਡ ਮਾਰਚ ਕਰਿਆ ਸੀ, ਇਹਨਾਂ ਦੁਕਾਨਦਾਰਾਂ ਨੂੰ ਵੀ ਆਪਣੀਆਂ ਦੁਕਾਨਾਂ ਖੋਲ੍ਹੋ, ਤੁਸੀਂ ਇੱਥੇ ਭੁੱਕੀ ਨਹੀਂ ਵੇਚ ਰਹੇ, ਤੁਸੀਂ ਫੀਮ ਨਹੀਂ ਵੇਚ ਰਹੇ, ਆਪਣਾ ਰੁਜ਼ਗਾਰ ਕਰ ਰਹੇ ਹੋ। ਜਿਹੜੀਆਂ ਪਿੰਡਾਂ ਦੇ ਵਿੱਚ ਚਿੱਟੇ ਦੇ ਨਾਲ ਨੌਜਵਾਨ ਮਰ ਰਹੇ ਨੇ, ਥਾਂ ਥਾਂ ਤੇ ਦਾਰੂ ਵਿਕ ਰਹੀ ਆ, ਥਾਂ ਥਾਂ ਤੇ ਚਿੱਟਾ ਵਿਕ ਰਿਹਾ, ਕੀ ਗੱਲ ਉਹ ਪ੍ਰਸ਼ਾਸਨ ਨੂੰ ਨਹੀਂ ਦਿਖਦਾ? ਜਿਹੜੇ ਬੰਦੇ ਆਪਣੀ ਰੋਜੀ ਕਮਾ ਕੇ ਆਪਣੇ ਬੱਚੇ ਪਾਲ ਰਹੇ ਨੇ, ਦੁਕਾਨਦਾਰ ਆਪਣਾ ਪਰਿਵਾਰ ਪਾਲ ਰਿਹਾ ਦੁਕਾਨ ਕਰਕੇ, ਉਹਨਾਂ ਨੂੰ ਇਹਨਾਂ ਨੂੰ ਦਿਖ ਰਿਹਾ ਜਿਹੜੇ ਪਿੰਡਾਂ ਦੇ ਵਿੱਚ ਐਡੇ ਐਡੇ ਸਮਗਲਰ ਨੇ, ਚਿੱਟੇ ਵੇਚ ਕੇ ਨੌਜਵਾਨ ਮਰ ਰਹੇ ਨੇ, ਉਹ ਪ੍ਰਸ਼ਾਸਨ ਨੂੰ ਨਹੀਂ ਦਿਖਦਾ ਹੈਗਾ। ਇਸ ਕਰਕੇ ਅਸੀਂ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਡਰਨ ਦੀ ਲੋੜ ਨਹੀਂ, ਅਸੀਂ ਕੋਈ ਮਾੜਾ ਕਰਮ ਨਹੀਂ ਕਰਦੇ, ਅਸੀਂ ਆਪਣਾ ਰੁਜ਼ਗਾਰ ਕਰਦੇ ਹਾਂ। ਤੁਸੀਂ ਆਪਣੀਆਂ ਦੁਕਾਨਾਂ ਖੋਲ੍ਹੋ, ਠੀਕ ਆ। ਦੁਕਾਨ ਤੇ ਕੋਈ ਐਡਾ ਗੱਲ ਨਹੀਂ ਹੈਗਾ, ਜੇ ਘੱਟ ਦੁਕਾਨ ਖੋਲ੍ਹਣਗੇ, ਥੋੜ੍ਹੇ ਸਮੇਂ ਲਈ ਖੋਲ੍ਹਣਗੇ ਤਾਂ ਰਸ਼ ਜ਼ਿਆਦਾ ਹੋਊਗਾ। ਪ੍ਰੋਪਰ ਸਮੇਂ ਦੇ ਲਈ, ਪੂਰੇ ਟਾਈਮ ਦੇ ਲਈ ਦੁਕਾਨ ਖੋਲ੍ਹੋ, ਗਾਹਕ ਨੂੰ ਵੀ ਸੌਖਾ ਰਹੇ, ਦੁਕਾਨਦਾਰਾਂ ਨੂੰ ਵੀ ਸੌਖਾ ਰਹੇ, ਤੁਸੀਂ ਆਪਣੇ ਰੁਜ਼ਗਾਰ ਵੀ ਕਰ ਸਕੋ। ਤੇ ਠੀਕ ਆ, ਸਰਕਾਰ ਜਿਹੜੀ ਗਾਈਡਲਾਈਨ ਦੇਣੀਆਂ ਚਾਹੁੰਦੀ ਆ ਉਹ ਦੇ ਸਕਦੀ ਆ, ਮਾਸਕ ਵਗੈਰਾ ਦੀ, ਠੀਕ ਆ, ਆਪਣਾ ਫਾਸਲਾ ਰੱਖਣ ਦੀ ਉਹ ਦੇ ਦੇਣ, ਪਰ ਦੁਕਾਨਾਂ ਦੇ ਨਾਲ ਸ਼ਰੇਆਮ ਧੱਕਾ ਨਾ ਕਰਿਆ ਜਾਵੇ, ਇਹ ਬੰਦ ਨਾ ਕਰੀਆਂ। ਬਾਜ਼ਾਰ ਹਮੇਸ਼ਾ ਖੁੱਲ੍ਹੇ ਰਹਿਣਗੇ। ਅਸੀਂ ਇਸ ਚੀਜ਼ ਦਾ ਇਹਨਾਂ ਨੂੰ ਕਹਿੰਦੇ ਆ, ਭਰੋਸਾ ਦਿਵਾਉਂਦੇ ਆ ਕਿ ਤੁਹਾਨੂੰ ਸਾਥ ਦੇਵਾਂਗੇ। ਜੇ ਤੁਹਾਡੇ ਤੇ ਕੋਈ ਆਫਤ ਆਉਂਦੀ ਹੈ ਜਾਂ ਤੁਹਾਡੇ ਤੇ ਪ੍ਰਸ਼ਾਸਨ ਤੁਹਾਡੇ ਨਾਲ ਧੱਕਾ ਕਰਦਾ, ਅਸੀਂ ਤੁਹਾਡੇ ਜਿਹੜੀ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਤੁਹਾਡੇ ਨਾਲ ਖੜਨਗੀਆਂ। ਇਹੀ ਕਹਿੰਦਾ ਮੈਂ ਇੰਨੇ ਕਹਿਣਾ। ਬਿਲਕੁਲ ਜੀ, ਹੋਰ ਵੀ ਸਾਡੇ ਨਾਲ ਹੈਗੇ ਨੇ ਕਿਸਾਨ ਆਗੂ ਨੇ ਜਿਨ੍ਹਾਂ ਨੇ ਤੁਸੀਂ ਪਿਛਲੇ ਸਾਲ ਵੀ ਆਪਣਾ ਰੋਸ ਪ੍ਰਦਰਸ਼ਨ ਕੀਤੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲੋਂ ਤੁਸੀਂ ਆਏ ਹੋ ਤੇ ਪਿਛਲੇ ਸਾਲ ਵੀ ਅਸੀਂ ਤੁਹਾਨੂੰ ਦੇਖਿਆ ਸੀ, ਤੁਸੀਂ ਆਪਣੀ ਫੁੱਲਾਂ ਦੀ ਖੇਤੀ ਵਾਹੀ ਸੀ ਤੇ ਹੁਣ ਵੀ ਤੁਸੀਂ ਅੱਜ ਜਿਹੜਾ ਕਰੋਨੇ ਦੀ ਮਾਰ ਦੇ ਥੱਲੇ ਆਏ ਹੋਏ ਹੋ, ਅੱਜ ਵੀ ਤੁਸੀਂ ਕਿਸਾਨ ਜਥੇਬੰਦੀਆਂ ਦੇ ਵਿੱਚ ਆ ਕੇ ਨਾਲ ਖੜ ਗਏ ਹੋ, ਮੋਢੇ ਨਾਲ ਮੋਢਾ ਜੋੜ ਕੇ ਦੁਕਾਨਦਾਰ ਵੀਰਾਂ ਨਾਲ ਖੜੇ ਹੋ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਲਾਕ ਪ੍ਰਧਾਨ ਦਰਾਹਾ, ਠੀਕ ਹੈ। ਇਹ ਆਪਣਾ ਪਿਛਲੇ ਸਾਲ ਤੁਹਾਡੇ ਸਾਹਮਣੇ ਮੈਂ ਆਪਣੀ 15 ਏਕੜ ਫਸਲ ਵਾਈ ਜੀ, ਔਰ ਇਸ ਵਾਰ ਫਿਰ ਖੇਤ ਵਾਹੁਣ ਨੂੰ ਤਿਆਰ ਖੜਾ ਆ। ਸਾਡੀ ਕਿਸੇ ਨੇ ਸਾਰ ਨਹੀਂ ਲਈ। ਜਦੋਂ ਦੁਕਾਨਾਂ ਹੀ ਬੰਦ ਹੋ ਗਈਆਂ, ਫੁੱਲ ਵੇਚਾਂਗੇ ਕਿੱਥੇ?
ਇੱਕ ਪਾਸੇ ਦਾ ਕਹਿੰਦੇ ਬਦਲ ਵੀ ਖੇਤੀ ਕਰੋ। ਜਦੋਂ ਬਦਲ ਵੀ ਖੇਤੀ ਕਰਨ ਦਾ ਵੀ ਤਾਂ ਹੱਲ ਉਹੀ ਹੈ ਜੇ ਕਿ ਦੁਕਾਨਾਂ ਖੁੱਲਣਗੀਆਂ, ਜਦੋਂ ਦੁਕਾਨਾਂ ਬੰਦ ਨੇ ਤਾਂ ਫੁੱਲ ਵੇਚਣੇ ਕਿੱਥੇ ਨੇ, ਘਰ ਤਾਂ ਬੈਠ ਕੇ ਵੇਚ ਨਹੀਂ ਹੋਣੇ। ਬਾਕੀ ਜਿੰਨੇ ਵੀ ਮੇਰੇ ਠੀਕ ਆ, ਅਸੀਂ ਆਪਣਾ ਘਾਟਾ ਝੱਲਾਂਗੇ। ਕਿਸਾਨ ਹਮੇਸ਼ਾ ਝੱਲਦਾ ਹੀ ਆਇਆ, ਸ਼ੁਰੂ ਤੋਂ ਹੀ ਕਿਸਾਨ ਦੇ ਸਿਰ ਤੇ ਪੈਂਦੀਆਂ ਹੀ ਆਈਆਂ। ਜਦੋਂ ਸਾਡਾ ਕਿਸੇ ਦੁਕਾਨਦਾਰ ਵੀਰਾਂ ਨੇ ਸਾਥ ਦਿੱਤਾ ਸੀਗਾ ਸੰਯੁਕਤ ਮੋਰਚੇ ਦਾ, ਜਦੋਂ ਅਸੀਂ ਦਿੱਲੀ ਨੂੰ ਗਏ ਆ। ਪਰ ਅੱਜ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ, ਅੱਜ ਤੁਹਾਡੇ ਹੱਕ 'ਚ ਅਸੀਂ ਯਾਰ ਬਾਹਰ ਆਏ ਆ, ਤੁਸੀਂ ਬਾਹਰ ਤਾਂ ਆਓ। ਦਰਾਹਾ ਸ਼ਹਿਰ ਦੀ ਮਾੜੀ ਕਿਸਮਤ ਆ ਵੀ ਇਹ ਬਾਹਰ ਨਿਕਲ ਹੀ ਨਹੀਂ ਰਹੇ। ਪਤਾ ਨਹੀਂ ਕੀ ਇਹਨਾਂ ਨੂੰ ਡਰ ਪੈ ਗਿਆ। ਇੱਥੇ ਸ਼ਾਇਦ ਟ੍ਰੇਡ ਯੂਨੀਅਨ ਪ੍ਰਧਾਨ ਕਾਂਗਰਸੀ ਆ, ਤਾਂ ਮੌਜੂਦਾ ਪ੍ਰਧਾਨ ਕਾਂਗਰਸੀ ਸ਼ਾਇਦ ਤਾਂ ਹੋ ਸਕਦਾ, MLA ਵੀ ਸ਼ਾਇਦ ਕਾਂਗਰਸੀ ਹੈ। ਇਹਨਾਂ ਦਾ ਡਰ ਹੀ ਇੰਨਾ ਪਾਇਆ ਹੋਇਆ ਲੋਕਾਂ ਦੇ। ਤੁਸੀਂ ਦੱਸੋ 5 ਤੋਂ 12 ਵਜੇ ਤੱਕ ਕਿਹੜਾ ਗਾਹਕ ਆ ਕੇ ਇਹਨਾਂ ਕੋਲ ਕੁਝ ਖਰੀਦੂਗਾ? ਸਿੱਧੂਪੁਰ ਜਥੇਬੰਦੀ ਵੱਲੋਂ ਸੰਯੁਕਤ ਮੋਰਚੇ ਵੱਲੋਂ ਅਪੀਲ ਹੈ ਵੀ ਕਿਰਪਾ ਕਰਕੇ ਸਾਰੇ ਜਿੰਨੇ ਵੀ ਵੀਰ ਨੇ ਆਪਣੀਆਂ ਦੁਕਾਨਾਂ ਖੋਲ੍ਹੋ, ਅਸੀਂ ਤੁਹਾਡੇ ਨਾਲ ਖੜੇ ਆ। ਵੀਰ ਸਾਡੇ ਪੰਜਾਬ ਯੂਨੀਅਨ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਪੰਜਾਬ ਔਰ ਸਿੱਧੂਪੁਰ ਦੋਨੇ ਜਥੇਬੰਦੀਆਂ ਦਰਾਹੇ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਖੜਨਗੇ। ਜਿੱਥੇ ਮਰਜ਼ੀ ਮੈਨੂੰ ਕਾਲ ਕਰ ਲਓ, ਜੱਗੀ ਵੀਰ ਉਹਨਾਂ ਨੂੰ ਫੋਨ ਕਰ ਲਓ, ਪ੍ਰਧਾਨ ਜੀ ਖੜੇ ਨੇ ਪੰਜਾਬ ਯੂਨੀਅਨ ਦੇ, ਜਿਹਨੂੰ ਮਰਜ਼ੀ ਕਾਲ ਕਰੋ, ਅਸੀਂ ਤੁਹਾਡੇ ਨਾਲ ਖੜੇ ਆ। ਯਾਰ ਤੁਸੀਂ ਡਰਦੇ ਕਿਉਂ? ਬਾਹਰ ਤਾਂ ਨਿਕਲੋ, ਪਹਿਲਾ ਪਰਚਾ ਸਾਡੇ ਤੇ ਕਰਾ ਲਿਓ, ਅਸੀਂ ਕਰਾਉਣ ਨੂੰ ਤਿਆਰ ਬੈਠੇ ਆ। ਪਰ ਬਾਹਰ ਨਿਕਲੋ, ਕਿਰਪਾ ਕਰਕੇ ਆਪਣੀਆਂ ਦੁਕਾਨਾਂ ਖੋਲ੍ਹੋ, ਹੱਥ ਜੋੜ ਕੇ ਬੇਨਤੀ ਆ, ਬਾਹਰ ਆਓ। ਇਹ ਨੇ ਕਿਸਾਨ ਆਗੂ ਅੱਜ ਸ਼ਹਿਰ ਦੇ ਵਿੱਚ ਕਰ ਰਹੇ ਨੇ, ਪ੍ਰਦਰਸ਼ਨ ਕਰ ਰਹੇ ਨੇ, ਦੁਕਾਨਦਾਰਾਂ ਨੂੰ ਜਾਗਰੂਕ ਕਰ ਰਹੇ ਨੇ ਵੀ ਆਪਣੀਆਂ ਦੁਕਾਨਾਂ ਖੋਲ੍ਹੋ, ਬਿਜ਼ਨਸ ਚਲਾਓ, ਤੇ ਤਾਂ ਜੋ ਕਿਸੇ ਕਿਸਮ ਦੀ ਕੋਈ ਫਾਈਨੈਂਸ਼ੀਅਲ ਤੌਰ ਤੇ ਤੁਹਾਨੂੰ ਘਾਟਾ ਨਾ ਪੈ ਸਕੇ। ਦੇਖਣਾ ਹੋਵੇਗਾ ਕਿ ਦੁਕਾਨਦਾਰ ਜਾਂ ਪ੍ਰਸ਼ਾਸਨ ਤੇ ਇਹਨਾਂ ਦੇ ਅੱਜ ਪ੍ਰਦਰਸ਼ਨ ਕੀਤੇ ਦਾ ਕੋਈ ਫਰਕ ਪੈਂਦਾ ਹੈ ਜਾਂ ਨਹੀਂ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ। ਰਾਏਕੋਟ ਸ਼ਹਿਰ ਦੇ ਵਿੱਚ ਕਿਸਾਨਾਂ ਵੱਲੋਂ ਲਾਕਡਾਊਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਕਾਨਦਾਰਾਂ ਨੂੰ ਇਸ ਸੰਬੰਧੀ ਧੱਕੇਸ਼ਾਹੀ ਦੇ ਵਿਰੁੱਧ ਜਾਗਰੂਕ ਕਰਨ ਦੇ ਲਈ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਮਾਰਚ ਵੀ ਕੱਢਿਆ ਗਿਆ। ਇਸ ਦੇ ਵਿੱਚ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਵੀ ਹਿੱਸਾ ਲਿਆ। ਇਸ ਦੌਰਾਨ ਰਾਏਕੋਟ ਸ਼ਹਿਰ ਦੇ ਤਲਵੰਡੀ ਗੇਟ ਨਜ਼ਦੀਕ ਅਤੇ ਸਰਦਾਰ ਹਰੀ ਸਿੰਘ ਨਲਵਾ ਚੌਕ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਅੱਜ 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰ ਤੇ ਫੈਸਲਾ ਲਿਆ ਵੀ ਜਿਹੜਾ ਲੋਕਡਾਊਨ ਲਾ ਕੇ ਦੁਕਾਨਦਾਰ ਦੀਆਂ ਦੁਕਾਨਾਂ ਬੰਦ ਕੀਤੀਆਂ ਵਾ, ਉਹਨਾਂ ਦੇ ਉਹੀ ਰੁਜ਼ਗਾਰ ਸੀ ਜਿਹੜਾ ਸਵੇਰੇ ਉਹ ਕਮਾਉਂਦੇ ਸੀ ਤੇ ਸ਼ਾਮ ਨੂੰ ਖਾਂਦੇ ਸੀਗੇ, ਉਹ ਬੰਦ ਹੋ ਗਏ। ਅੱਜ ਅਸੀਂ ਉਹਨਾਂ ਦੀ ਹਮਾਇਤ 'ਤੇ ਆਏ ਆ ਵੀ ਇਹ ਜਿਹੜੇ ਅੱਜ ਤੋਂ ਬਾਜ਼ਾਰ ਲਗਾਤਾਰ ਖੁੱਲ੍ਹੇ ਰਹਿਣਗੇ, ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੋਊਗੀ। ਭਾਵੇਂ ਕੱਲ੍ਹ ਪ੍ਰਸ਼ਾਸਨ ਨੇ ਦੁਕਾਨਦਾਰਾਂ ਦੇ ਲੀਡਰਾਂ ਨੂੰ ਦੁਕਾਨਦਾਰਾਂ ਨੂੰ ਸੱਦ ਕੇ ਇੰਨਾ ਡਰਾਤਾ ਵੀ ਜੇ ਦੁਕਾਨਾਂ ਖੋਲ੍ਹਦੀਆਂ ਅੱਜ ਦੇ ਹੈਗੇ, ਕੱਲ੍ਹ ਨੂੰ ਤੁਸੀਂ ਕੀ ਕਰੋਗੇ। ਅੱਜ ਅਸੀਂ ਉਹਨਾਂ ਦੀ ਹਮਾਇਤ 'ਤੇ ਆਏ ਹਾਂ। ਅਸੀਂ ਕੋਈ ਵਧੀਕੀ ਨਹੀਂ ਕੀਤੀ ਵੀ ਦੁਕਾਨਾਂ ਖੋਲ੍ਹੋ ਨਾ ਖੋਲ੍ਹੋ, ਉਹਨਾਂ ਦੀ ਮਰਜ਼ੀ ਆ। ਅਸੀਂ ਸਾਡਾ ਸੱਦਾ ਜਿਹੜਾ 32 ਕਿਸਾਨ ਜਥੇਬੰਦੀਆਂ ਦਾ, ਉਹ ਰਾਏਕੋਟ ਸ਼ਹਿਰ ਦੇ ਦੁਕਾਨਦਾਰਾਂ ਨੂੰ ਸੱਦਾ ਦਿੱਤਾ ਵਾ, ਭਾਈ ਦੁਕਾਨਾਂ ਖੋਲ੍ਹੋ, ਅਸੀਂ ਤੁਹਾਡੇ ਨਾਲ ਆ। ਜਿਹੜਾ ਇਹ 32 ਕਿਸਾਨ ਯੂਨੀਅਨ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੁਲਾਉਣ ਦਾ ਜਿਹੜਾ ਨਿਰਣਾ ਲਿਆ, ਮੈਂ ਉਹਦਾ ਪੂਰਨ ਸਮਰਥਨ ਕਰਦਾ, ਕਿਉਂਕਿ ਇੱਕ ਜਿਹੜਾ ਗਰੀਬ ਮਜ਼ਦੂਰ ਜਿਹੜਾ ਦੁਕਾਨਦਾਰ ਆ, ਜਿਹਨੇ ਆਪਦਾ ਪਰਿਵਾਰ ਪਾਲਣਾ, ਉਹ ਤੇ ਉਹਦੀ ਵੀ ਬੰਦ ਕਰਤਾ। ਇਹ ਕੀ ਅਸੂਲ ਥੋੜ੍ਹਾ ਅੱਜ ਅੱਧੀਆਂ ਖੋਲ੍ਹ ਦਿਓ, ਅੱਧੀਆਂ ਬੰਦ ਕਰ ਦਿਓ, ਅੱਜ ਇੰਨੇ % ਖੋਲ੍ਹ ਦਿਓ, ਅੱਜ ਆਹ ਖੋਲ੍ਹ ਦਿਓ। ਜਿਹੜੀ ਘਰ ਦੀ ਸਹੂਲਤ ਆ ਉਹ ਗਰੀਬ ਨੂੰ ਵੀ ਉਨੀ ਲੋੜ ਆ ਜਿੰਨੀ ਅਮੀਰ ਨੂੰ ਆ। ਜੇ ਅਮੀਰ ਦੁਕਾਨਾਂ ਜਾਂ ਵੱਡੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਤਾਂ ਗਰੀਬ ਆਦਮੀ ਕਿਉਂ ਨਹੀਂ ਖੁੱਲ੍ਹ ਸਕਦਾ ਜੀ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ 10 ਸਾਲ ਦੇ ਬੱਚੇ ਵੰਸ਼ ਸਿੰਘ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ, ਜੋ ਕਿ ਸਕੂਲੋਂ ਪੜ੍ਹਨੋਂ ਹਟ ਚੁੱਕਿਆ ਹੈ ਤੇ ਲੁਧਿਆਣਾ ਦੀਆਂ ਟ੍ਰੈਫਿਕ ਲਾਈਟਾਂ ਤੇ ਜੁਰਾਬਾਂ ਵੇਚਦਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੰਸ਼ ਸਿੰਘ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਵੰਸ਼ ਦੇ ਪਰਿਵਾਰ ਲਈ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਤੇ ਵੰਸ਼ ਦੀ ਪੜ੍ਹਾਈ ਦੇ ਨਾਲ-ਨਾਲ ਹਰ ਵਿੱਤੀ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ ਹੈ। ਰੱਖਦਾ ਜੀ, ਥੈਂਕ ਯੂ, ਬਹੁਤ ਵਧੀਆ ਲੱਗਿਆ, ਤੂੰ ਮਿਹਨਤ ਕਰਦਾ ਦੇਖ ਕੇ, ਠੀਕ ਆ। ਅੱਛਾ, ਤੇ ਤੁਸੀਂ ਪੜ੍ਹਦੇ ਆ ਕਿਹੜੀ ਕਲਾਸ ਚੋਂ? ਮੈਂ ਪੜ੍ਹਦਾ ਸੀ, ਹਟ ਗਿਆ, ਹੁਣ ਲੱਗੂਗਾ। ਕਾਹਤੋਂ ਹਟ ਗਏ? ਘਰੇ ਕਮਾਉਣ ਵਾਲਾ ਹੋਰ ਕੌਣ ਹੈ? ਮੇਰਾ ਭਰਾ ਤੇ ਮੈਂ, 3 ਭੈਣਾਂ ਤੇ ਮੰਮੀ ਡੈਡੀ ਘਰੇ ਰਹਿੰਦੇ। ਦੇਖਿਆ ਸੀ ਤੁਹਾਨੂੰ, ਤੁਸੀਂ ਉੱਥੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਤੁਸੀਂ ਜਾ ਕੇ ਟ੍ਰੈਫਿਕ ਲਾਈਟ ਤੇ ਕੁਝ ਸਮਾਨ ਵੇਚਦੇ ਹੋ। ਪਰ ਬੇਟਾ ਹੁਣ ਤੁਹਾਨੂੰ ਅਸੀਂ ਪੜ੍ਹਾਉਣਾ ਜ਼ਰੂਰ। ਮੈਂ ਡਿਪਟੀ ਕਮਿਸ਼ਨਰ ਨੂੰ ਕਹਿਣਾ ਕਿ ਤੁਹਾਨੂੰ ਜਿੱਥੇ ਸਕੂਲ ਤੇ ਤੁਹਾਨੂੰ ਤੁਸੀਂ ਆਏ ਹੋ, ਜਿੱਥੇ ਪੜ੍ਹੇ ਹੋ, ਉੱਥੇ ਤੁਹਾਨੂੰ ਦੁਬਾਰਾ ਪਾਉਣ ਉੱਥੇ, ਔਰ ਜਿੱਥੇ ਤਾਈਂ ਤੁਹਾਡੇ ਪਰਿਵਾਰ ਦੀ ਮਦਦ ਹੈ ਉਹ ਮੈਂ ਕਰੂੰਗਾ। ਮੈਂ ਗ੍ਰਾਂਟ ਦੇਵਾਂਗਾ ਤੁਹਾਡੇ ਪਰਿਵਾਰ ਨੂੰ, ਤਾਂ ਕਿ ਤੁਹਾਡੇ ਪਿਤਾ ਜੀ, ਮਾਤਾ ਜੀ ਔਰ ਭੈਣਾਂ, ਭਾਈ ਵੀ, ਜਿਹਨੇ ਭਾਈ ਨੂੰ ਵੀ ਮੰਨਤ ਪੜ੍ਹ ਰਿਹਾ ਹਾਲੇ। ਮੇਰਾ ਭਰਾ ਪੜ੍ਹ ਚੁੱਕਾ ਵਾ, 9ਵੀਂ ਤੱਕ ਕੀਤੀ ਆ ਬਸ ਉਹਨੇ। ਅੱਛਾ, ਕੋਈ ਗੱਲ ਨਹੀਂ ਬੇਟਾ, ਤੁਸੀਂ ਹੁਣ ਜਾ ਕੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹੂੰਗਾ ਤੁਹਾਨੂੰ ਸਕੂਲ ਵਾਪਸ ਪਾਉਣ, ਔਰ ਤੁਹਾਡੇ ਪਰਿਵਾਰ ਦੀ ਮਦਦ ਮੈਂ ਕਰੂੰਗਾ, ਠੀਕ ਹੈ।
ताकि ਤੁਹਾਨੂੰ ਕੋਈ ਔਖ ਨਾ ਆਏ ਪਰਿਵਾਰ ਨੂੰ ਔਰ ਤੁਸੀਂ ਆਪਣੇ ਪੜ੍ਹਾਈ ਮੁਕਾਓ ताकि ਤੁਸੀਂ ਵੀ ਕੁਝ ਵੱਡੇ ਬਣ ਸਕੋ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ। ਚੰਗਾ, ਅੱਛਾ ਬੇਟਾ। ਲੁਧਿਆਣਾ ਵਿਖੇ ਵੀਕਐਂਡ ਲਾਕਡਾਊਨ ਦੇ ਮੌਕੇ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਬਿਨਾਂ ਕਾਰਨ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਦਾ ਚਲਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਇੱਕ ਪਰਿਵਾਰ ਦੇ ਵਿਅਕਤੀ ਨੇ ਇਲਜ਼ਾਮ ਲਗਾਇਆ ਕਿ ਅਸੀਂ 4 ਲੋਕ ਗੱਡੀ ਦੇ ਵਿੱਚ ਵੈਕਸੀਨ ਲਗਵਾਉਣ ਜਾ ਰਹੇ ਸੀ ਕਿ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਅਤੇ ਕਿਹਾ ਕਿ ਜੇਕਰ ਉਹਨਾਂ ਦੇ ਕੋਲ ਉਹ ਕੱਲ ਕਿਸੇ ਨੂੰ ਕਰੋਨਾ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਦਾਰ ਕੌਣ ਹੋਵੇਗਾ। देखो मामला यही है जी, मैं वैक्सीन लगवाने लिए CMO दफ्तर गया, पहले गया सी बहुत रश है। हूँ जो मेरी वारी आई है मैं वैक्सीन लवा ली है, बाकी मैं अपने परिवार को उत्थे बुलाया। रस्ते दे विच इन्होंने ट्रैफिक रोक के सानू उत्थे जान नहीं दिता, जबकि उत्थे साडे टोकन लए पे ने। ਉਹ ਕਹਿੰਦੇ ਬੰਦੇ 4 ਸੀਗੇ ਵਿੱਚ ਜੀ। बंदे 4 है ਜਿਹੜੇ वैक्सीन ਲਵਾਉਣ ਲਈ ਜਾਣਗੇ, ਕਿੱਦਾਂ ਜਾਣਗੇ। ਇਹ ਅੱਜ ਵੀਕਐਂਡ ਲਾਕਡਾਊਨ ਆ। ਵੀਕਐਂਡ ਲਾਕਡਾਊਨ ਨੂੰ ਧਿਆਨ ਵਿੱਚ ਰੱਖਦੇ ਹੋਏ ਥਾਂ-ਥਾਂ ਤੇ ਨਾਕਾਬੰਦੀ ਕੀਤੀ ਹੈ ਤਾਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ। ਜਿਹੜਾ ਕੋਵਿਡ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ। ਹਾਂਜੀ, ਜਿਹੜਾ ਨਹੀਂ ਮੰਨ ਰਿਹਾ ਉਹਦੇ ਖਿਲਾਫ FIR ਲੌਂਚ ਕਰ ਲੋਕਾਂ ਨੂੰ ਇਹੀ ਸੰਦੇਸ਼ ਦਾਂਗੇ ਕਿ ਆਪਣੇ ਘਰ 'ਚ ਰਹੋ ਤੇ ਸੇਫ ਰਹੋ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਾਏਕੋਟ ਦੇ 2 ਵਪਾਰੀ ਆਗੂਆਂ ਨੂੰ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਸਿਫਾਰਿਸ਼ ਤੇ ਅਕਾਲੀ ਦਲ ਪੰਜਾਬ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੰਜੀਵ ਕੁਮਾਰ ਬਾਵਾ ਗੋਇਲ ਨੂੰ ਵਪਾਰ ਮੰਡਲ ਦਾ ਕੌਮੀ ਜਨਰਲ ਸਕੱਤਰ ਅਤੇ ਯਸ਼ਪਾਲ ਬਿੱਟੂ ਜੈਨ ਨੂੰ ਵਪਾਰ ਮੰਡਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਨ੍ਹਾਂ ਦੀ ਨਿਯੁਕਤੀ ਪੱਤਰ ਉਹਨਾਂ ਨੂੰ ਸੌਂਪੇ ਗਏ ਨੇ ਤੇ ਸਰੋਪਾਓ ਪਾ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੋਵੇਂ ਆਗੂਆਂ ਨੂੰ ਮੁਬਾਰਕਬਾਦ ਦਿੱਤੀ ਗਈ। ਉੱਥੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਪਾਰ ਮੰਡਲ ਦੇ ਕੌਮੀ ਪ੍ਰਧਾਨ NK ਸ਼ਰਮਾ ਦਾ ਧੰਨਵਾਦ ਵੀ ਕੀਤਾ ਗਿਆ। ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਾਡੇ ਵਪਾਰ ਵਿੰਗ ਦੇ ਪ੍ਰਧਾਨ ਪੰਜਾਬ ਦੇ NK ਸ਼ਰਮਾ ਜੀ ਤੇ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਬਲਵਿੰਦਰ ਸਿੰਘ ਸੰਧੂ ਜੀ, ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਇਸ ਪਾਰਟੀ ਦੇ ਦਿੱਤੇ ਹੋਏ ਅਹੁਦੇ ਨੂੰ ਆਪਣੇ ਮੋਢਿਆਂ ਤੇ ਚੱਕ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਸੇਵਾ ਕਰ ਸਕਦਾ। ਮੈਂ ਆਪਣੇ ਵੱਲੋਂ ਆਪਣੇ ਪਾਰਟੀ ਦੇ ਲੀਡਰ ਸਾਹਿਬਾਨ ਨੂੰ ਇਹ ਵਿਸ਼ਵਾਸਨ ਦਿਵਾਉਣਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਦਿੱਤੇ ਹੋਏ ਇਸ ਕਾਰਜ ਨੂੰ ਆਪਣੇ ਤਨ ਮਨ ਧਨ ਨਾਲ ਜਿੰਨਾ ਵੀ ਹੋ ਸਕੂ ਉਹਨਾਂ ਮੈਂ ਇਹਨੂੰ ਪੂਰਨ ਕਰੂੰਗਾ। ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਪਾਰ ਵਿੰਗ ਪੰਜਾਬ ਦੇ ਜਿਹੜੇ ਕਿ ਵੱਖ-ਵੱਖ ਅਹੁਦਿਆਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਜਸ਼ਪਾਲ ਜੀ ਬਿੱਟੂ ਜੈਨ ਨੂੰ ਸੀਨੀਅਰ ਮੀਤ ਪ੍ਰਧਾਨ ਔਰ ਸੰਜੀਵ ਕੁਮਾਰ ਬਾਵਾ ਜੀ ਨੂੰ ਵਪਾਰ ਵਿੰਗ ਪੰਜਾਬ ਦਾ ਜਨਰਲ ਸੈਕਟਰੀ ਦਾ ਨਿਯੁਕਤੀ ਦੇ ਪੱਤਰ ਦਿੱਤੇ ਗਏ ਨੇ, ਜਿਹੜੇ ਕਿ ਸਾਡੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਜੀ ਹਦਾਇਤਾਂ ਮੁਤਾਬਕ ਪ੍ਰਧਾਨ ਵਪਾਰ ਵਿੰਗ NK ਸ਼ਰਮਾ ਜੀ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਨੇ। 10 ਵਾਰ ਇਹਨਾਂ ਦਿੱਤੇ ਗਏ ਨੇ। ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਲਈ ਵਪਾਰ ਵਿੰਗ ਲਈ ਹਲਕਾ ਰਾਏਕੋਟ ਦੇ ਸਾਰੇ ਵਪਾਰ ਵੀਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ। ਲੁਧਿਆਣਾ ਦੇ ਜਵੱਦੀ ਅਰਬਨ ਸੈਂਟਰ ਵਿਖੇ ਫ੍ਰੀ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ 70 ਸਾਲਾ ਹੈਂਡੀਕੈਪ ਬਜ਼ੁਰਗਾਂ ਨੂੰ ਗੱਡੀ ਦੇ ਵਿੱਚ ਹੀ ਕਰੋਨਾ ਵੈਕਸੀਨੇਸ਼ਨ ਦਿੱਤੀ ਗਈ ਹੈ। ਇਸ ਦੌਰਾਨ ਸੀਨੀਅਰ ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਆਕਸੀਜਨ ਅਤੇ ਮੈਡੀਕਲ ਸਟਾਫ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਜੋ ਵੀ ਜ਼ਰੂਰਤਮੰਦ ਇੱਥੇ ਆਵੇਗਾ ਉਸ ਨੂੰ ਬਣਦੀ ਮੈਡੀਕਲ सहूलत ਜ਼ਰੂਰ ਦਿੱਤੀ ਜਾਵੇਗੀ। हम लोग यहाँ पे वैक्सीनेशन कर रहे हैं 45 प्लस वालों की। सो आई अपील टू ऑल द पीपल in the society to please come and get yourself vaccinated, but only 45 plus people should come because portal is open for 45 plus. अभी 18 plus वालों की guidelines नहीं आई हैं, very soon it will be started, so please don't panic. And second appeal to the society is, if you are coming to the facility, please have some patience. We all are working for you and हमारे पास वैक्सीन है, we are giving it. प्लीज़ 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 कोऑपरेट विद अस। गवर्नमेंट की तरफ से पूरा यहाँ पे इंतज़ाम है। वी हैव गॉट सो मैनी टीम मेंबर्स, सो मैनी वॉलंटियर्स वर्किंग फॉर हियर। प्लीज़ कम, पेशेंटली वेट फॉर योर टर्न।
and get yourself vaccinated. Thank you. ਕੋਰੋਨਾ ਦੇ ਵੱਧਦੇ ਕੇਸਾਂ ਦੇ ਦਰਮਿਆਨ ਕਈ ਜ਼ਿਲ੍ਹਿਆਂ ਦੇ ਵਿੱਚ ਸਖਤੀ ਕਰ ਦਿੱਤੀ ਗਈ ਹੈ। ਲੁਧਿਆਣਾ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰੇ 12 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਜ਼ਿਲ੍ਹੇ ਦੇ ਵਿੱਚ ਦੁਕਾਨਾਂ, ਹੋਟਲ, ਰੈਸਟੋਰੈਂਟ ਅਤੇ ਨਿੱਜੀ ਦਫ਼ਤਰ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੀ ਖੋਲ੍ਹੇ ਜਾ ਸਕਣਗੇ। ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ ਤੌਰ ਤੇ ਕਰਫਿਊ ਲਗਾ ਦਿੱਤਾ ਜਾਵੇਗਾ। ਕਰਫਿਊ ਦੌਰਾਨ ਸ਼ਹਿਰ ਦੇ ਵਿੱਚ ਆਵਾਜਾਈ ਤੇ ਵੀ ਮੁਕੰਮਲ ਰੋਕ ਰਹੇਗੀ, ਜਦਕਿ ਜੋ ਐਮਰਜੈਂਸੀ ਸੇਵਾਵਾਂ ਨੇ ਜਿਵੇਂ ਕਿ ਮੈਡੀਕਲ ਐਮਰਜੈਂਸੀ ਅਤੇ ਫੈਕਟਰੀਆਂ ਨੂੰ ਖਾਸ ਤੌਰ ਤੇ ਛੂਟ ਹੋਵੇਗੀ। ਮਹਾਮਾਰੀ ਕਰੋਨਾ ਤੋਂ ਬਚਾਅ ਲਈ ਲਗਾਤਾਰ ਸੂਬੇ ਦੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਲਗਾਈਆਂ ਹੋਈਆਂ ਨੇ ਤਾਂ ਜੋ ਇਸ ਮਹਾਮਾਰੀ ਕਰੋਨਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ। ਉਹਨਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਹਦਾਇਤਾਂ ਇਹ ਵੀ ਜਾਰੀ ਕੀਤੀਆਂ ਗਈਆਂ ਨੇ, ਜਿਹੜਾ ਵੀ ਕੋਈ ਵਹੀਕਲ ਆ ਉਸ 'ਤੇ ਕਿੰਨੇ ਬੰਦੇ ਬਹਿ ਕੇ ਜਾ ਸਕਦੇ ਨੇ, ਚਾਹੇ ਮੋਟਰਸਾਈਕਲ ਆ, ਚਾਹੇ ਟੈਕਸੀ ਆ, ਚਾਹੇ ਕੋਈ ਵੱਡਾ ਵਾਹਨ ਆ, ਤਾਂ ਜੋ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜਿਸ ਤਰ੍ਹਾਂ ਨਾਲ ਕਰੋਨਾ ਦੀ ਰਫ਼ਤਾਰ ਲਗਾਤਾਰ ਤੇਜ਼ ਹੁੰਦੀ ਜਾ ਰਹੀ ਆ, ਉਸੇ ਤਰੀਕੇ ਨਾਲ ਸਿਕਸ਼ਨਾਂ ਵੀ ਲਗਾਈਆਂ ਗਈਆਂ ਨੇ। ਅੱਜ ਅਸੀਂ ਜਿਹੜੀ ਸਾਫ਼ ਗੱਲ ਕਰਨਾ ਚਾਹਵੇ ਕਿਸ ਤਰ੍ਹਾਂ ਦੇ ਆਰਡਰ ਨੇ। ਕੋਈ ਵੀ ਬੰਦਾ ਵਹੀਕਲ 'ਤੇ ਕਿੰਨੇ ਬੰਦੇ ਜਾ ਸਕਦੇ, ਚਾਹੇ 4 ਵੀਲਰ ਆ, ਚਾਹੇ ਟੈਕਸੀ ਆ, ਚਾਹੇ ਕਾਰ ਆ, ਚਾਹੇ ਸਕੂਟਰ ਆ, ਕਿੰਨੇ ਬੰਦਿਆਂ ਨੂੰ ਜਾਣ ਲਈ ਜਿਹੜੀ ਪਰਮਿਸ਼ਨ ਦਿੱਤੀ ਗਈ ਆ। ਇਸ ਸੰਬੰਧੀ ਅਸੀਂ ਕਲੀਅਰ ਕਰਾਂਗੇ। ਕਈ ਲੋਕਾਂ ਨਾਲ ਕਈ ਵਾਰ ਦੇਖੀਦਾ ਹੈਗਾ ਜਦੋਂ ਉਹ ਕਿਤੇ ਜਾਂਦੇ ਨੇ, ਕਾਰ ਦੇ ਵਿੱਚ 4-4 ਬੰਦੇ ਹੁੰਦੇ ਨੇ, 8-8 ਬੰਦੇ ਹੁੰਦੇ ਨੇ, ਭਰ ਕੇ ਜਾਂਦੇ ਨੇ। ਲੇਕਿਨ ਪਰ ਕਿਸ ਤਰ੍ਹਾਂ ਦੀਆਂ ਇੰਸਟਰਕਸ਼ਨਸ ਨੇ, ਸਰਕਾਰ ਵੱਲੋਂ ਕਰੋੜਾਂ ਰੁਪਏ ਜੁਰਮਾਨੇ ਵੀ ਕੀਤੇ ਗਏ ਨੇ, ਪਰ ਫਿਰ ਵੀ ਜਿਹੜਾ ਹੈਗਾ ਲੋਕਾਂ ਵੱਲੋਂ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਹੁਣ ਟ੍ਰੈਫਿਕ ਦੇ ਨਿਯਮਾਂ ਦੀ ਜੋ ਉਲੰਘਣਾ ਕਰਦਾ ਉਹਨਾਂ ਦੇ ਤਾਂ ਜੁਰਮਾਨਾ ਪੈਂਦਾ ਹੀ ਪੈਂਦਾ। ਇਸ ਤੋਂ ਇਲਾਵਾ ਜਿਹੜੇ ਲੋਕ ਹੁਣ ਕੋਵਿਡ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ, ਆਪਣੀ ਕਾਰ ਦੇ ਵਿੱਚ 4 ਤੋਂ ਵੱਧ ਨੇ ਜਾਂ ਮੋਟਰਸਾਈਕਲ ਤੇ 2 ਜਣੇ ਤੋਂ ਜ਼ਿਆਦਾ ਨੇ, ਜਾਂ ਕਾਨੂੰਨ ਦੀ ਉਲੰਘਣਾ ਕਰ ਉਹਨਾਂ ਦੇ ਕਾਰ ਵੀ। ਜਿਸ ਤਰ੍ਹਾਂ ਨਾਲ ਕੋਈ ਵੀ ਵਿਅਕਤੀ ਆ, ਪਰਿਵਾਰਕ ਮੈਂਬਰ ਨੇ, ਕਾਰ ਦੇ ਵਿੱਚ ਬੈਠ ਸਕਦੇ ਨੇ ਜੇ 2 ਤੋਂ ਜ਼ਿਆਦਾ ਨੇ, ਜਾਂ ਕਿਤੇ ਹਸਪੀਟਲ ਜਾ ਰਹੇ ਨੇ ਉਹ ਬੈਠ ਸਕਦੇ ਨੇ, ਮੋਟਰਸਾਈਕਲ 'ਤੇ ਉਹ ਬੰਦੇ ਬੈਠ ਸਕਦੇ ਨੇ ਜੇ ਪਰਿਵਾਰ ਦੇ ਮੈਂਬਰ ਨੇ। ਗੱਲ ਕਰਾਂਗੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਸਾਹਿਬ ਨੇ, ਵਰਿੰਦਰ ਜੀ ਕੀ ਕਹਿਣਾ ਚਾਹੋ, ਕੀ ਹਦਾਇਤਾਂ ਨੇ, ਕੀ ਜਿਹੜੀ ਕਾਨੂੰਨ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ, ਕੀ ਦੱਸੇਗੇ ਸਰ? ਜਿਹੜੀਆਂ ਪੰਜਾਬ ਗੌਰਮੈਂਟ ਵੱਲੋਂ ਕੋਵਿਡ ਸੰਬੰਧੀ ਜਿਹੜੀਆਂ ਇੰਸਟਰਕਸ਼ਨਸ ਨੇ ਉਹ ਇਹੀ ਨੇ ਵੀ ਜਿਹੜੀ ਕੋਈ ਵੀ ਜਿਹੜੀ 4 ਵੀਲਰ ਆ, ਜਿਹੜੇ ਪੈਸੇਂਜਰ ਲੈ ਕੇ ਜਾਂਦੇ ਆ, ਚਾਹੇ ਉਹ ਕਾਰ ਨੇ ਚਾਹੇ ਟੈਕਸੀ ਨੇ, ਉਹਨਾਂ ਦੇ ਵਿੱਚ ਸਿਰਫ 2 ਹੀ ਬੰਦੇ ਬੈਠ ਸਕਦੇ ਆ। ਜੇ ਉਹ ਕੋਈ ਪੇਸ਼ੈਂਟ ਵਗੈਰਾ ਲੈ ਕੇ ਜਾ ਰਹੇ ਆ ਤਾਂ ਉਹਨਾਂ ਨੂੰ ਇੰਜੰਪਸ਼ਨ। ਇਸ ਤੋਂ ਇਲਾਵਾ ਜਿਵੇਂ 2 ਵੀਲਰ ਨੇ, ਕਾਰ ਨੇ, ਆਪਣੇ ਸਕੂਟਰ ਜਾਂ ਮੋਟਰਸਾਈਕਲ ਨੇ, ਉਹਨਾਂ ਦੇ ਵਿੱਚ ਸਿਰਫ 1 ਹੀ ਬੰਦਾ ਅਲਾਊਡ ਆ। ਜੇ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਆ ਜਿਹੜਾ ਇੱਕੋ ਹੀ ਹਾਊਸ ਦੇ ਵਿੱਚ ਰਹਿੰਦੇ ਆ ਤਾਂ ਉਹ ਦੂਸਰਾ ਬੰਦਾ ਬੈਠ ਸਕਦਾ, ਵਰਨਾ ਕੋਈ ਵੀ ਦੂਸਰਾ ਬੰਦਾ ਨਹੀਂ ਬੈਠੂਗਾ। ਮੈਂਬਰ ਨੇ ਉਹ ਜਾ ਰਹੇ ਨੇ ਕਾਰ ਦੇ ਵਿੱਚ, ਜਿਹੜੀ ਕਿਸੇ ਨੂੰ ਡਰਾਈਵ ਨਹੀਂ ਕਰਦਾ, 3 ਬੰਦੇ ਨੇ 4 ਬੰਦੇ ਨੇ ਉਹ ਨਹੀਂ ਬੈਠ ਸਕਦੇ। ਉਹਨਾਂ ਦੇ ਵਿੱਚ ਸਿਰਫ 2 ਹੀ, 4 ਵੀਲਰ ਦੇ ਵਿੱਚ 2 ਹੀ, ਜਿਹੜਾ 2 ਵੀਲਰ ਆ ਉਹ ਫੈਮਿਲੀ ਮੈਂਬਰ ਨੇ ਉਹ ਨਹੀਂ ਬੈਠ ਸਕਦੇ। ਫੈਮਿਲੀ ਮੈਂਬਰ ਜਿਹੜੀਆਂ ਇੰਸਟਰਕਸ਼ਨਾਂ ਨੇ ਉਹਦੀ ਸਿਰਫ 2 ਹੀ ਲਿਖਿਆ ਹੋਇਆ, 2 ਦੀ ਇੰਸਟਰਕਸ਼ਨ। ਇੱਕੋ ਘਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਲਈ ਨਹੀਂ, ਸਿਰਫ ਜਿੱਥੇ ਇਹਨਾਂ ਦੇ ਵਿੱਚ ਜਿਹੜਾ ਲਿਖਿਆ ਹੋਇਆ ਉਹ ਸਿਰਫ ਇਹੀ ਲਿਖਿਆ ਇਹਨਾਂ ਦੇ ਵਿੱਚ ਵੀ ਜੇ ਉਹ ਕੋਈ ਹਸਪੀਟਲ ਵਗੈਰਾ ਜਾ ਰਹੇ। ਜਿਹੜੇ 2 ਵੀਲਰ ਦੇ ਉੱਤੇ ਫੈਮਿਲੀ ਮੈਂਬਰ ਬਹਿ ਸਕਦੇ। 2 ਵੀਲਰ ਦੇ ਵਿੱਚ ਜੇ ਉਹ ਇੱਕੋ ਹਾਊਸ ਦੇ ਵਿੱਚ ਨੇ ਤਾਂ 2 ਬੰਦੇ ਬੈਠ ਸਕਦੇ। ਹੁਣ ਜਿਹੜੇ ਲੋਕ ਨੇ, ਕਿਸ ਤਰ੍ਹਾਂ ਲੋਕ ਆਉਂਦੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕਰਦੇ? ਤੁਹਾਨੂੰ ਸਮਝਾ ਵੀ ਰਹੇ ਆ ਜੀ, ਵੈਸੇ ਕਾਫੀ ਲੋਕ ਹੁਣ ਤਾਂ ਸਮਝ ਵੀ ਰਹੇ ਆ ਇਸ ਗੱਲ ਨੂੰ, ਬੜਾ ਸੀਰੀਅਸਲੀ ਲੈ ਰਹੇ ਲੁਧਿਆਣੇ ਦੇ ਲੋਕ। ਤੇ ਲੱਗਦਾ ਨਹੀਂ ਹੈਗਾ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਕੋਵਿਡ ਰੋਕਿਆ ਜਾ ਸਕਦਾ ਜੇ ਇੱਕ ਘਰ ਦੇ ਵਿੱਚ ਜਾਂ ਕਾਰ ਦੇ ਵਿੱਚ 2 ਜਾਣਗੇ ਜਾਂ ਇੱਕ ਬੰਦਾ ਮੋਟਰਸਾਈਕਲ ਤੇ ਜਾਊਗਾ, ਕਿਤੇ ਨਾ ਕਿਤੇ ਇਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਜੇਕਰ ਕੋਈ ਆਮ ਕਿਸੇ ਕੋਲ ਮੋਟਰਸਾਈਕਲ ਨਹੀਂ ਤਾਂ ਹੁਣ ਵੈਸੇ ਸਰਕਾਰੀ ਆਫਿਸਾਂ ਦੇ ਵਿੱਚ ਹੀ ਸਿਰਫ 50% ਹੀ ਕਪੈਸਿਟੀ ਆ, ਲੋਕ ਉਨਾ ਹੀ ਕੰਮ 50% ਦੇ ਨਾਲ ਹੀ ਕੰਮ ਕਰ ਰਹੇ ਆ। ਹਰੇਕ ਦੇ ਕੋਲੇ 2 ਵੀਲਰ ਹੈਗਾ ਜੀ, 2 ਵੀਲਰ ਦੇ ਵਿੱਚ ਹੀ ਆਉਂਦੇ ਆ ਜੀ, ਜਾਂ ਸਿੰਗਲ ਹੀ ਜਾ ਰਹੇ ਆ। ਦੇਖੋ ਸਾਰੇ ਸਿੰਗਲ ਜਾ ਰਹੇ ਆ। ਇਹ ਬੱਸਾਂ ਦੇ ਵਿੱਚ ਵਗੈਰਾ ਕਾਫੀ ਕਪੈਸਿਟੀ ਨਾਲ ਦੇ ਵਿੱਚ ਹੈਗਾ ਜੀ, ਜਿਹੜਾ ਉਹ 50% ਕਪੈਸਿਟੀ ਆ। ਜੇ 52 ਸੀਟਰ ਬੱਸ ਆ ਤਾਂ ਉਹਦੇ ਵਿੱਚ 26 ਹੀ ਆ। ਤੇ ਤੁਸੀਂ ਹੁਣ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹੋ, ਜਿਹੜੇ ਲੋਕ ਕਈ ਵਾਰ ਜਾਂਦੇ ਨੇ ਜਾਂ ਕਿ ਉਹਨਾਂ ਨੂੰ ਚਲਾਨ ਕਰਦੇ ਸਿੱਧਾ ਕਿ ਚਲਾਨ ਕਰ ਦਿੰਦੇ? ਨਹੀਂ, ਅਸੀਂ ਉਹਨਾਂ ਨੂੰ ਅਵੇਅਰ ਕਰਦੇ ਹਾਂ ਜਿਨ੍ਹਾਂ ਨੂੰ ਨਹੀਂ ਪਤਾ ਬਿਲਕੁਲ। ਕਈ ਵਾਰ ਪਿੰਡਾਂ ਦੇ ਵਿੱਚੋਂ ਭੋਲੇ ਭਾਲੇ ਲੋਕ ਆਉਂਦੇ ਆ, ਉਹਨਾਂ ਨੂੰ ਅਵੇਅਰ ਕਰਦੇ ਹਾਂ ਅਸੀਂ ਵੀ ਤੁਸੀਂ ਇਦਾਂ ਨਾ ਕਰੋ, ਗਵਰਨਮੈਂਟ ਵੱਲੋਂ ਆਹ ਇੰਸਟਰਕਸ਼ਨਾਂ ਨੇ। ਕਈ ਲੋਕ ਸਾਡੇ ਤੋਂ WhatsApp ਤੇ ਵੀ ਸਾਡੇ ਤੋਂ ਆਰਡਰ ਮੰਗਵਾਉਂਦੇ ਆ ਵੀ ਲਿਆਓ ਜੀ ਤੁਹਾਡੇ ਕੋਲ ਕੀ ਆਰਡਰ ਆ, ਅਸੀਂ ਉਹਨਾਂ ਨੂੰ ਭੇਜਦੇ ਹਾਂ। ਕਈ ਵਾਰ ਕਾਰ ਦੇ ਵਿੱਚ ਹੁੰਦੇ ਨੇ, ਫੈਮਿਲੀ ਦੇ ਮੈਂਬਰ ਹੁੰਦੇ ਨੇ, ਉਹਨਾਂ ਨੂੰ ਆਉਣਾ ਪੈ ਜਾਂਦਾ ਕਈ ਵਾਰ, ਫਿਰ ਵੀ ਤੁਸੀਂ ਚਲਾਨ ਕਰਕੇ ਛੱਡਦੇ ਜਾਂ ਸਮਝਾ ਕੇ ਵੀ? ਕਈ ਵਾਰ ਸਮਝਾ ਕੇ ਵੀ ਛੱਡਣਾ ਪੈਂਦਾ, ਕਈ ਵਾਰ ਕਿਸੇ ਦੀ ਕੋਈ ਮਜਬੂਰੀ ਹੁੰਦੀ ਆ ਤਾਂ ਅਸੀਂ ਸਮਝਾ ਕੇ ਵੀ ਭੇਜ ਦਿੰਦੇ ਹਾਂ। ਤੇ ਕਿੰਨੇ ਕੁ ਰੋਜ਼ ਚਲਾਨ ਹੁੰਦੇ ਨੇ? ਜੇਕਰ ਅੱਜ ਕਿੰਨੇ ਕੁ ਲੋਕਾਂ ਨੂੰ ਸਮਝਾਇਆ ਜਾਂਦਾ, ਕਿੰਨੇ ਕੁ ਚਲਾਨ ਕੀਤੇ ਜਾਂਦੇ? ਦੇਖੋ ਜੀ, ਚਲਾਨ ਅੱਜ ਦੀ ਡੇਟ ਦੇ ਵਿੱਚ ਤਾਂ ਇਹ ਆ ਵੀ ਟ੍ਰੈਫਿਕ ਦੇ ਵਿੱਚ ਰਸ਼ ਘੱਟ ਹੀ ਆ ਸੜਕਾਂ 'ਤੇ ਆਮ ਤੌਰ 'ਤੇ ਅਸੀਂ ਜਿੱਥੇ ਵੀ ਲੋਕ ਕੋਈ ਪੁੱਛਦੇ ਆ ਤਾਂ ਉਹਨਾਂ ਨੂੰ ਦੱਸ ਵੀ ਦਿੰਦੇ ਆ, ਸਮਝਾ ਵੀ ਦਿੰਦੇ ਆ। ਪਰ ਜਿੱਥੇ ਸਾਨੂੰ ਲੱਗ ਰਿਹਾ ਵੀ ਹਾਂ ਜੀ ਇਹ ਜਾਣ ਬੁੱਝ ਕੇ ਹੀ ਇਹ ਤੁਰੇ ਫਿਰਦੇ, ਅਸੀਂ ਚਲਾਨ ਕਰਦੇ ਆ ਉਹਨਾਂ ਦੇ।
ਬਿਲਕੁਲ ਤੁਸੀਂ ਦੇਖਿਆ ਵਰਿੰਦਰਪਾਲ ਜੀ ਜਿਹੜੇ ਇੰਚਾਰਜ ਨੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਦਾ ਇਹੀ ਮਕਸਦ ਹੈ ਵੀ ਲੋਕਾਂ ਸਭ ਤੋਂ ਪਹਿਲਾਂ ਸਾਡਾ ਫਰਜ਼ ਹੈਗਾ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਵੀ ਸਰਕਾਰ ਦੀਆਂ ਜੋ ਇੰਸਟਰਕਸ਼ਨਸ ਨੇ ਉਹਨਾਂ ਨੂੰ ਪੂਰਾ ਕਰਨ। ਇੱਕ ਕਾਰ ਦੇ ਵਿੱਚ ਸਿਰਫ 2 ਹੀ ਬੰਦੇ ਸਫ਼ਰ ਕਰ ਸਕਦੇ ਨੇ, ਵਹੀਕਲ ਦੇ ਵਿੱਚ ਸਿਰਫ ਫੈਮਿਲੀ ਮੈਂਬਰ ਹੋਊਗਾ ਤਾਂ 2 ਜਾਣੇ ਬੈਠ ਸਕਦੇ ਨੇ, 2 ਵੀਲਰ ਤੇ ਨਹੀਂ, ਇੱਕ ਬੰਦਾ ਹੀ ਜਿਹੜਾ 2 ਵੀਲਰ ਤੇ ਬੈਠ ਸਕਦਾ। ਜਿਹੜਾ ਚਾਹੇ ਕਾਰ ਆ ਚਾਹੇ ਟੈਕਸੀ ਆ 2 ਤੋਂ ਵੱਧ ਬੰਦੇ ਸਫ਼ਰ ਨਹੀਂ ਕਰ ਸਕਦੇ। ਸਿਰਫ ਉਹ ਲੋਕ ਜੇ ਕੋਈ ਪੇਸ਼ੈਂਟ ਆ ਪੇਸ਼ੈਂਟ ਨੂੰ ਲਿਜਾ ਸਕਦੇ ਨੇ, ਅਦਰਵਾਈਜ਼ ਜਿਹੜਾ ਹੈ ਕਾਨੂੰਨ ਦੀ ਉਲੰਘਣਾ ਜੇ 2 ਤੋਂ ਵੱਧ ਜਾਣੇ ਕਾਰ ਦੇ ਵਿੱਚ ਬੈਠੇ ਨੇ। ਜਿਹੜੀਆਂ ਬੱਸਾਂ ਨੇ ਉਹਦੇ ਵਿੱਚ 50% ਆ, ਜਿਹੜੇ 4 ਵੀਲਰ ਨੇ 2 ਜਾਣੇ ਤੋਂ ਵੱਧ ਉਹ 'ਚ ਕੋਈ ਨਹੀਂ ਬਹਿ ਸਕਦਾ। ਲੇਕਿਨ ਜੇਕਰ ਸਰਕਾਰ ਦੇ ਨਿਯਮਾਂ ਦੀ ਅਸੀਂ ਪਾਲਣਾ ਕਰਾਂਗੇ ਤਾਂ ਹੀ ਹੋ ਸਕਦਾ ਜਿਹੜਾ ਕੋਵਿਡ ਦੇ ਨਿਯਮ ਨੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਕੋਈ ਨਾ ਕੋਈ ਨੁਕਤਾ ਜ਼ਰੂਰ ਲਗਾਇਆ ਜਾ ਰਿਹਾ ਹੈਗਾ ਤਾਂ ਜੋ ਇਸ ਕਰੋਨਾ ਦੀ ਮਹਾਮਾਰੀ ਨੂੰ ਰੋਕਿਆ ਜਾ ਸਕੇ। ਸੋ ਲਗਾਤਾਰ ਸਾਡੇ ਡੇਲੀ ਪੋਸਟ ਪੰਜਾਬੀ ਨਾਲ ਤੁਸੀਂ ਬਣੇ ਰਹੋ, ਤੁਹਾਨੂੰ ਅਪਡੇਟ ਦੇ ਰਹਾਂਗੇ। ਸਾਡਾ ਮਕਸਦ ਇਹੀ ਸੀ ਲੋਕਾਂ ਨੂੰ ਅਵੇਅਰ ਕਰਨਾ। ਕਰੋੜਾਂ ਰੁਪਏ ਦੇ ਇਹ ਜਿਹੜੇ ਜੁਰਮਾਨੇ ਹੋ ਚੁੱਕੇ ਨੇ, ਫਿਰ ਵੀ ਲੋਕ ਨੇ ਜਿਹੜੇ ਹਲੇ ਤੱਕ ਜਾਗਰੂਕ ਨਹੀਂ ਹੋ ਰਹੇ, ਉਹਨਾਂ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ। ਜਿੱਥੇ ਸਰਕਾਰ ਵੱਲੋਂ ਜਿਹੜੀਆਂ ਇੰਸਟਰਕਸ਼ਨਾਂ ਨੇ ਕਾਰ ਦੇ ਵਿੱਚ 2 ਬੰਦੇ, ਮੋਟਰਸਾਈਕਲ ਤੇ 1 ਬੰਦਾ, ਜੇਕਰ ਫੈਮਿਲੀ ਵਾਲੇ ਨੇ ਤਾਂ ਉਹ ਆਪਣੀ ਕਾਰ ਦੇ ਵਿੱਚ ਉਹ ਵੀ 2 ਬੰਦੇ, ਸਿਰਫ ਜੇ ਕਿਤੇ ਹਸਪੀਟਲ ਚੱਲੇ ਨੇ ਤਾਂ ਉਹ 2 ਤੋਂ ਵੱਧ ਬੰਦੇ ਹਸਪੀਟਲ ਲੈ ਕੇ ਜਾ ਰਹੇ ਨੇ ਜਾ ਸਕਦੇ ਨੇ, ਅਦਰਵਾਈਜ਼ ਉਹਨਾਂ ਦਾ ਵੀ ਜਿਹੜੀ ਕਾਰਵਾਈ ਆ। ਸੋ ਲਗਾਤਾਰ ਕਾਨੂੰਨ ਦੀ ਪਾਲਣਾ ਕਰੋ ਤਾਂ ਜੀ ਕਾਨੂੰਨ ਦੀ ਪਾਲਣਾ ਕਰਦੇ ਹੋਏ ਅਸੀਂ ਮਹਾਮਾਰੀ ਕਰੋਨਾ ਨਾਲ ਲੜ ਸਕੀਏ। ਲੁਧਿਆਣਾ ਤੋਂ ਕੈਮਰਾ ਪਰਸਨ ਪ੍ਰਕਾਸ਼ ਜੱਸਾ ਦੇ ਨਾਲ ਤਰਸੇਮ ਭਾਰਦਵਾਜ। ਤੇ ਉਧਰ ਲੋਕ ਇਨਸਾਨੀਅਤ ਵਿਕਾਸ ਪਾਰਟੀ ਦੇ ਵੱਲੋਂ ਉਪਰਾਲਾ ਕਰਦੇ ਹੋਏ ਮਦਰਸ ਡੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ। ਲੁਧਿਆਣਾ ਦੇ ਰਿਸ਼ੀ ਨਗਰ ਵਿਖੇ ਲੋਕ ਇਨਸਾਨੀਅਤ ਵਿਕਾਸ ਪਾਰਟੀ ਮਦਰਸ ਡੇ ਇੱਥੇ ਮਨਾਇਆ ਗਿਆ। ਇਸ ਮੌਕੇ ਪਾਰਟੀ ਦੇ ਮੁਖੀ ਅਨਿਲ ਗੋਇਲ ਨੇ ਸਭ ਮਾਤਾਵਾਂ ਨੂੰ ਮਦਰਸ ਡੇ ਦੀਆਂ ਵਧਾਈਆਂ ਦਿੱਤੀਆਂ ਨੇ। ਇਸ ਮੌਕੇ ਉਹਨਾਂ ਕਿਹਾ ਕਿ ਸੈਰੋਗੇਸੀ ਇੱਕ ਅਪਰਾਧ ਹੈ ਅਤੇ ਸੁਪਰੀਮ ਕੋਰਟ ਦੇ ਵੱਲੋਂ ਇਸ ਨੂੰ ਗੈਰ ਕਾਨੂੰਨੀ ਐਲਾਨ करना चाहिए। इधर ऋषि नगर में डॉक्टर साहब के पास आए हैं मदर्स डे सेलिब्रेट करने और माताओं का बहुत ही आदर सम्मान करना चाहिए माँ बाप का, और ख़ासकर माओं का। वह अपने जन्म देती हैं और जन्मदाता हैं और उनका पूरे ज़िंदगी भर ख्याल रखना चाहिए। जैसे कि सैरोगेसी है आजकल चालू हो गई है, वो मातृत्व के नाम पे कलंक है, क्योंकि माँ के अंदर इतनी फीलिंग्स होती हैं अपने बच्चे के लिए जो पैदा होता है, तो कि ये उधार की कोख क्या चल पड़ा है। हमारी सुप्रीम कोर्ट से गुजारिश है कि ये सैरोगेसी को इलीगल करार दिया जाए। वो माँ बाप की सेवा करना परम धर्म है हम लोगों का। जो नहीं करते हैं वो बड़े फनी हैं, उनको करना चाहिए। माँ बाप का दे सकते हैं। जिस माँ ने 9 महीने पेट में रखा, फिर अपना दूध पिलाया, अपना रात दिन उठ के सेवा करी बच्चे की, वो बच्चा माँ बाप को ना पहचाने तो पाप है, महापाप है। अब माँ जी हैं 78 से आए, मैं अपनी माँ बना के रखा हुआ। मेरी माँ कहती थी ये तेरा बहुत भला चाहती है, अब मेरे साथ सोती है, सब कुछ है। इनको जो खाने को देती है खा लेती, नहीं खाने को देती खाती। जो माँ पे को निकाल देते हैं माँ ये गलत बात है। माँ बाप की कोई देना नहीं दे सकते हम इस दुनिया में, बाकी सब कुछ दे सकते हैं। जान तो पहले एक नज़र मुख्य सुर्खियां दे। ਫਿਰ ਤੋਂ ਮੰਡਰਾਉਣ ਲੱਗਾ ਬਰਡ ਫਲੂ ਦਾ ਖਤਰਾ। ਰਾਏਪੁਰ ਸਥਿਤ ਸੂਬਾ ਸਿੰਘ ਪੋਲਟਰੀ ਫਾਰਮ ਦੇ ਵਿੱਚ ਮਿਲਿਆ ਬਰਡ ਫਲੂ ਦਾ ਸਟ੍ਰੇਨ। ਲੁਧਿਆਣਾ ਪ੍ਰਸ਼ਾਸਨ ਹੋਇਆ ਚੌਕਸ, ਅਗਲੀ ਕਾਰਵਾਈ ਲਈ ਬਣਾਈ ਕਮੇਟੀ। ਕਿਸਾਨਾਂ ਵੱਲੋਂ ਸੂਬੇ ਭਰ ਵਿੱਚ ਦੁਕਾਨਦਾਰਾਂ ਦੇ ਹੱਕ ਵਿੱਚ ਕੀਤਾ ਗਿਆ ਧਰਨਾ ਪ੍ਰਦਰਸ਼ਨ। ਸਰਕਾਰ ਕੋਲੋਂ ਦੁਕਾਨਾਂ ਖੋਲ੍ਹਣ ਦੀ ਕੀਤੀ ਮੰਗ। ਚੌੜਾ ਬਾਜ਼ਾਰ ਰਿਹਾ ਮੁਕੰਮਲ ਤੌਰ ਤੇ ਬੰਦ। ਵਪਾਰੀਆਂ ਨੇ ਕਿਹਾ ਸਰਕਾਰ ਦਾ ਦੇਵਾਂਗੇ ਸਾਥ। ਲੁਧਿਆਣਾ ਦੇ ਡਾਬਾ ਥਾਣਾ ਵਿੱਚੋਂ ਮੁਲਜ਼ਮ ਫਰਾਰ। ਕਈ ਮਾਮਲਿਆਂ ਵਿੱਚ ਪਹਿਲਾਂ ਵੀ ਮੁਲਜ਼ਮ ਰਿਹਾ ਹੈ ਭਗੌੜਾ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਨ ਦੇ ਲਈ ਲਗਾਈਆਂ ਟੀਮਾਂ। 10 ਸਾਲਾ ਵੰਸ਼ ਦੀ ਕੈਪਟਨ ਸਰਕਾਰ ਕਰੇਗੀ ਮਦਦ। ਸਰਕਾਰ ਨੇ ਪਰਿਵਾਰ ਨੂੰ 2 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ। ਸੜਕਾਂ ਤੇ ਜੁਰਾਬਾਂ ਵੇਚ ਕੇ ਮਾਸੂਮ ਪਰਿਵਾਰ ਦਾ ਕਰ ਰਿਹਾ ਸੀ ਪਾਲਣ ਪੋਸ਼ਣ। ਜੇਕਰ ਤੁਸੀਂ ਕੋਈ ਜਾਣਕਾਰੀ ਜਾਂ ਸੁਝਾਅ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਆਈਡੀ ਨੋਟ ਕਰ ਲਓ news@fastway.in। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।